ਤੁਹਾਡੇ ਸਾਰਿਆਂ ਦਾ ਸਵਾਗਤ ਹੈ ਵੌਕਸ ਚੈਨਲ ਵਿੱਚ। ਅੱਜ ਸਾਡੇ ਨਾਲ ਵੌਕਸ ਦੇ ਉੱਪਰ ਹਰਮਿੰਦਰ ਸਿੰਘ ਜੀ ਨੇ, ਜਿਹੜੇ ਐਨਸੀ ਮਾਈਨॉरिटी ਸੈੱਲ ਦੇ ਵਾਈਸ ਪ੍ਰੈਜ਼ੀਡੈਂਟ ਜੰਮੂ ਦੇ ਨੇ, ਤੇ ਨਾਲ ਹੀ ਡਿਸਟ੍ਰਿਕਟ ਵਾਈਸ ਪ੍ਰੈਜ਼ੀਡੈਂਟ ਸ਼੍ਰੀਨਗਰ ਦੇ ਨੇ। ਨਾਲ ਹਰਮਿੰਦਰ ਜੀ ਜਿਹੜੇ ਨੇ ਪ੍ਰੈਜ਼ੀਡੈਂਟ ਡਿਸਪਲੇਸ ਕਸ਼ਮੀਰੀ ਸਿੱਖ ਕਾਨਫਰੰਸ ਦੇ ਨੇ। ਹਰਮਿੰਦਰ ਜੀ, ਤੁਹਾਡਾ ਸਵਾਗਤ ਹੈ ਵੌਇਸ ਆਫ ਕਸ਼ਮੀਰੀ ਸਿੱਖ ਚੈਨਲ ਤੇ। ਥੈਂਕ ਯੂ ਜੀ। ਹਰਮਿੰਦਰ ਜੀ, ਜਿਸ ਤਰ੍ਹਾਂ ਕਿ ਤੁਸੀਂ ਐਨਸੀ ਦੇ ਨਾਲ ਜੁੜੇ ਹੋਏ ਹੋ, ਅਸੀਂ ਤੁਹਾਨੂੰ ਸਿਰਫ ਇਹ ਪੁੱਛਣਾ ਚਾਹਾਂਗੇ ਕਿ ਕਿਉਂਕਿ ਇਹ ਕਸ਼ਮੀਰੀ ਸਿੱਖਾਂ ਦਾ ਚੈਨਲ ਹੈ, ਇਹਦੇ ਵਾਸਤੇ ਤੁਸੀਂ ਇਹ ਦੱਸ ਦਿਓ ਕਿ ਐਨਸੀ ਨੇ ਅੱਜ ਤੱਕ ਕਸ਼ਮੀਰ ਵਿੱਚ ਰਹਿ ਕੇ, ਤੁਸੀਂ ਵੀ ਐਨਸੀ ਦੇ ਕਸ਼ਮੀਰੀ ਸਿੱਖ ਤੁਸੀਂ ਵੀ ਹੋ, ਕੀ ਕੀਤਾ ਤੁਸੀਂ ਅੱਜ ਤੱਕ ਕਸ਼ਮੀਰ ਦੇ ਸਿੱਖਾਂ ਦੇ ਵਾਸਤੇ? ਸਾਡੀ ਪਾਲਿਸੀ ਰਹੀ ਹੈ ਕਿ ਮਾਈਨॉरिटी ਔਰ ਮੈਜੋਰਟੀ ਦੇ ਜਿਹੜਾ ਪਿਛਲੀਆਂ ਸਰਕਾਰਾਂ ਵਿੱਚ ਡਿਫਰੈਂਸ ਸੀ ਉਹ ਖਤਮ ਕਰਨਾ ਹੈ ਔਰ ਸਿੱਖਾਂ ਨੂੰ ਸਹੂਲੀਅਤ ਦੇਣ ਵਾਸਤੇ ਕਾਫੀ ਅਸੀਂ ਮੈਮੋਰੈਂਡਮ ਪੇਸ਼ ਕੀਤੇ, ਕਾਫੀ ਅੱਗੇ ਅਸੀਂ ਪ੍ਰੋਜੈਕਟ ਰੱਖੇ ਸਰਕਾਰ ਅੱਗੇ, ਤਾਂ ਕਿ ਸਿੱਖਾਂ ਦਾ ਜਿਹੜਾ ਵੈਲਫੇਅਰ ਹੈ, ਸਿੱਖਾਂ ਦਾ ਜਿਹੜਾ ਇੱਕ ਮਾਈਕਰੋਸਕੋਪਿਕ ਮਾਈਨॉरिटी ਕਸ਼ਮੀਰ ਵਿੱਚ ਹੋਣ ਦੇ ਨਾਤੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾਣ। ਉਸ ਵਾਸਤੇ ਅਸੀਂ ਕਾਫੀ ਕੰਮ ਕੀਤੇ ਹਨ। ਕਈ ਲੋਕਾਂ ਦੀ ਕੋਈ ਪਰੇਸ਼ਾਨੀਆਂ ਸੀ, ਜਿਸ ਤਰ੍ਹਾਂ ਸੋਸ਼ਲ ਵੈਲਫੇਅਰ ਦੀਆਂ ਸਕੀਮਾਂ ਲਾਗੂ ਕਰਵਾਉਣੀਆਂ, ਕਿਸੇ ਦੀ ਟਰਾਂਸਫਰ, ਕਿਸੇ ਦਾ ਇਲਾਕਾ ਡਿਵੈਲਪਮੈਂਟ ਔਰ ਮਾਈਨॉरिटी ਸਟੇਟਸ ਲਾਗੂ ਕਰਨ ਵਾਸਤੇ ਔਰ ਸਿੱਖਾਂ ਵਾਸਤੇ ਕੌਨਸਟੀਟਿਊਂਸੀਜ਼ ਰਿਜ਼ਰਵ ਕਰਨ ਵਾਸਤੇ J&K ਵਿੱਚ, ਉਸ ਵਾਸਤੇ ਅਸੀਂ ਭਰਪੂਰ ਕੋਸ਼ਿਸ਼ ਕਰਦੇ ਰਹੇ। ਤੁਹਾਡੀ ਐਨਸੀ ਦੀ ਸਰਕਾਰ ਰਹੀ ਹੈ, ਤੇ ਤਦ ਕਿਉਂ ਨਹੀਂ ਹੋ ਸਕਿਆ ਕਿ ਅੱਜ ਤੁਸੀਂ ਕੋਸ਼ਿਸ਼ ਕਰ ਰਹੇ ਹੋ? ਉਸ ਸਮੇਂ ਕੀ ਕੀਤਾ ਜਿਸ ਸਮੇਂ ਐਨਸੀ ਦੀ ਸਰਕਾਰ ਸੀ? ਤਦ ਤੁਸੀਂ ਕਸ਼ਮੀਰ ਦੇ ਸਿੱਖਾਂ ਵਾਸਤੇ ਕੀ ਕੀਤਾ? ਭਾਵੇਂ ਉਹ ਬਾਰਾਮੂਲਾ, ਸ਼੍ਰੀਨਗਰ, ਤਰਾਲ, ਅਨੰਤਨਾਗ, ਜਿੱਥੇ ਵੀ ਕਸ਼ਮੀਰੀ ਸਰਦਾਰ ਰਹਿੰਦੇ ਨੇ, ਉਸ ਸਮੇਂ ਦੇ ਦੌਰ ਵਿੱਚ ਐਨਸੀ ਸਰਕਾਰ ਕਾਫੀ ਦੇਰ ਰਹੀ। ਉਸ ਦੌਰ ਵਿੱਚ ਤੁਹਾਡਾ ਕੀ ਯੋਗਦਾਨ ਰਿਹਾ, ਜਾਂ ਜਿਹੜੇ ਐਨਸੀ ਦੇ ਹੋਰ ਵੀ ਲੀਡਰਾਂ ਨੇ, ਕਸ਼ਮੀਰ ਵਿੱਚ ਬੜੇ ਅੱਛੇ ਲੀਡਰਾਂ ਨੇ, ਉਹਨਾਂ ਦਾ ਕੀ ਯੋਗਦਾਨ ਰਿਹਾ ਦਾ ਉਹ ਦੱਸੋ। ਅਸੀਂ ਆਪਣੀ ਤਰਫੋਂ ਕਾਫੀ ਕੋਸ਼ਿਸ਼ ਕਰਦੇ ਰਹੇ, ਲੇਕਿਨ ਪਿਛਲੀ ਵਾਰੀ ਸਾਡੀ ਕੋਐਲੀਸ਼ਨ ਸਰਕਾਰ ਸੀ ਤੇ ਉਹਦੇ ਵਿੱਚ ਕਾਂਗਰਸ ਦਾ ਇੱਕ ਨੈਗੇਟਿਵ ਰੋਲ ਰਿਹਾ ਕਿ ਜਿਸ ਤਰ੍ਹਾਂ ਦਾ ਕਾਂਗਰਸ ਦਾ ਸਿੱਖਾਂ ਨਾਲ। ਹਰਮਿੰਦਰ ਜੀ, ਐਨਸੀ ਕਿੰਨੇ ਸਾਲ ਤੋਂ ਸ਼ਾਇਦ ਉਹਨਾਂ ਦਾ ਰਾਜ ਰਿਹਾ ਕਸ਼ਮੀਰ ਤੇ ਜੰਮੂ ਕਸ਼ਮੀਰ ਤੇ? ਜੰਮੂ ਕਸ਼ਮੀਰ ਵਿੱਚ ਉਹ 1975 ਤੋਂ 1975 ਤੋਂ ਅੱਜ ਤੱਕ ਕਸ਼ਮੀਰੀ ਸਰਦਾਰਾਂ ਦਾ ਕੀ ਐਨਸੀ ਨੇ ਕੀ ਕੁਝ ਕੀਤਾ ਦਾ, ਕੀ ਕੁਝ ਬੈਨੀਫਿਟ ਦਿੱਤੇ ਦੇ ਨੇ ਕਸ਼ਮੀਰੀ ਸਰਦਾਰ ਨੂੰ 1975 ਤੋਂ, ਜਿਸ ਸਮੇਂ ਤੋਂ ਸਟਾਰਟ ਹੋਈ ਦੀ ਹੈ? ਐਕਚੁਅਲੀ ਉਸ ਵਕਤ ਦੇ ਜਿਹੜੇ ਸਾਡੇ ਜੰਮੂ ਕਸ਼ਮੀਰ ਦੇ ਆਗੂ ਸੀ, ਉਹਨਾਂ ਦੀ ਕੁਝ ਲੈਕ ਅਪਰੋਚ ਰਹੀ ਫॉर ਦਾ ਬੈਨੀਫਿਟ ਆਫ ਸਿੱਖਸ ਇਨ ਕਸ਼ਮੀਰ। ਜਿਸ ਵਕਤ ਸਾਨੂੰ ਮੌਕਾ ਦਿੱਤਾ ਨੈਸ਼ਨਲ ਕਾਨਫਰੰਸ ਨੇ, ਅਸੀਂ ਆਪਣੀ ਤਰਫੋਂ ਕਾਫੀ ਕੋਸ਼ਿਸ਼ ਕੀਤੀ, ਮੈਮੋਰੈਂਡਮ ਉਮਰ ਸਾਹਿਬ ਨੂੰ ਦਿੱਤੇ ਕਿ ਸਿੱਖਾਂ ਵਾਸਤੇ ਮਾਈਨॉरिटी ਸਟੇਟਸ ਇੱਥੇ ਲਾਗੂ ਕੀਤਾ ਜਾਏ, ਤੇ ਲੇਕਿਨ ਉਸ ਵਿੱਚ ਕੁਝ ਅੜਚਨ ਆ ਰਹੀ ਸੀ। ਕੁਝ ਉਸ ਵਕਤ ਆਰਟੀਕਲ 370 ਸੀ, ਤੇ ਉਹ ਇੱਕ ਬੜੀ ਅੜਚਨ ਸੀ ਇੱਥੇ ਮਾਈਨॉरिटी ਸਟੇਟਸ ਲਾਗੂ ਕਰਨ ਵਿੱਚ। ਨਹੀਂ, ਖਾਲੀ ਮਾਈਨॉरिटी ਸਟੇਟਸ ਵਾਸਤੇ ਹੀ ਤੁਸੀਂ ਲੋਕਾਂ ਨੇ ਕਿਹਾ, ਜਾਂ ਹੋਰ ਵੀ ਕੁਝ ਕਸ਼ਮੀਰੀ ਸਿੱਖਾਂ ਦੇ ਵਾਸਤੇ? ਕੋਈ ਕਈ ਪਿੰਡ ਨੇ, ਪਿੰਡਾਂ ਵਿੱਚ ਕਈ ਸੜਕਾਂ ਨੇ, ਸਹੂਲਤਾਂ ਨੇ, ਉਹਨਾਂ ਦੇ ਵਾਸਤੇ ਕੁਝ ਕੀਤਾ, ਜਾਂ ਕੁਝ ਬੰਦੇ ਅੱਗੇ ਆਏ ਉਹਦੇ ਵਾਸਤੇ? ਉਹ ਅਸੀਂ ਟਾਈਮ ਟੂ ਟਾਈਮ ਉਹ ਕਰਵਾਉਂਦੇ ਰਹੇ, ਜਿਹੜੇ ਲੋਕ ਅਪਰੋਚ ਕਰਦੇ ਸੀ ਉਹਨਾਂ ਦੇ। ਹਰਮਿੰਦਰ ਜੀ, ਫਿਰ ਇਸ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਬੀਜੇਪੀ ਆਈ, ਕਾਂਗਰਸ ਆਈ, ਐਨਸੀ ਆਈ, ਪੀਡੀਪੀ ਆਈ, ਇਹਨਾਂ ਨੇ ਕਿਸੇ ਨੇ ਵੀ ਸਿੱਖ ਕਮਿਊਨਿਟੀ ਵਾਸਤੇ ਕੁਝ ਨਹੀਂ ਕੀਤਾ, ਜਿਹੜੇ ਕਸ਼ਮੀਰੀ ਸਿੱਖਾਂ ਵਾਸਤੇ ਕੁਝ ਨਹੀਂ ਕੀਤਾ? ਭਾਵੇਂ ਅਸੀਂ ਬੀਜੇਪੀ ਕਹੀਏ, ਭਾਵੇਂ ਅਸੀਂ ਐਨਸੀ ਕਹੀਏ, ਭਾਵੇਂ ਕਾਂਗਰਸ ਕਹੀਏ, ਭਾਵੇਂ ਪੀਡੀਪੀ ਕਹੀਏ, ਯਾਨੀ ਕਿ ਸਿੱਖਾਂ ਦੀ ਕੋਈ ਵੀ ਸਰਕਾਰ ਨਹੀਂ ਹੈ। ਅਸੀਂ ਕਿਸੇ ਦਾ ਵੀ ਇਹੋ ਕਹਿ ਸਕਦੇ ਹਾਂ ਕਿ ਕਿਸੇ ਸਰਕਾਰ ਨੇ ਕਸ਼ਮੀਰੀ ਸਿੱਖਾਂ ਦੇ ਉੱਪਰ ਨਜ਼ਰ ਨਹੀਂ ਰੱਖੀ ਤੇ ਨਾ ਉਹਨਾਂ ਦਾ ਕੋਈ ਕੰਮ ਕੀਤਾ। ਕੀ ਤੁਸੀਂ ਇਹ ਗੱਲ ਮੰਨਦੇ ਹੋ? ਇੱਕ ਸਾਡੀ ਸਿੱਖ ਕਮਿਊਨਿਟੀ ਵਿੱਚ ਇੱਕ ਘਾਟ ਰਹੀ ਹੈ ਕਿ ਸਾਡੇ ਕੋਲ ਪੋਲੀਟੀਕਲ ਰਿਜ਼ਰਵੇਸ਼ਨ ਨਹੀਂ ਰਹੀ। ਪੋਲੀਟੀਕਲ ਅਸੀਂ ਵੈਕਿਊਮ ਰਿਹਾ ਪੂਰੇ J&K ਤੇ ਇਸ ਦਾ ਤੁਸੀਂ ਮੰਨਦੇ ਹੋ ਨਾ ਕਿ ਸਾਡੀ ਜਿੰਨੀ ਵੀ ਸਰਕਾਰਾਂ ਆਈਆਂ ਨੇ, ਕਸ਼ਮੀਰੀ ਸਿੱਖਾਂ ਦਾ ਨਾਂ ਕਿਸੇ ਨੇ ਨਹੀਂ ਲਿਆ, ਉਹਦੇ ਵਾਸਤੇ ਸਾਨੂੰ ਜ਼ਰੂਰਤ ਪਈ ਕਿ ਸਾਨੂੰ ਪੋਲੀਟੀਕਲ ਰਿਜ਼ਰਵੇਸ਼ਨ ਚਾਹੀਦੀ ਹੈ? ਬਿਲਕੁਲ, ਉਸ ਵਾਸਤੇ ਅਸੀਂ ਪਿਛਲੇ 10 ਸਾਲ ਤੋਂ ਲੜ ਰਹੇ ਹਾਂ, ਜਿਸ ਵਾਸਤੇ ਕਿ ਦਾਸ ਨੇ ਉਸ ਵਕਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਵੀ ਮੈਮੋਰੈਂਡਮ ਪੇਸ਼ ਕੀਤਾ ਸੀ ਕਿ ਸਾਡੇ ਵਾਸਤੇ ਕੌਨਸਟੀਟਿਊਂਸੀਆਂ ਰਿਜ਼ਰਵ ਕੀਤੀਆਂ ਜਾਣ। ਕਸ਼ਮੀਰ ਵਿੱਚ 2, ਬਾਰਾਮੂਲਾ, ਤਰਾਲ, and in Jammu province
ਗਾਂਧੀ ਨਗਰ ਤੇ ਆਰਐਸਪੁਰਾ, ਜਿੱਥੇ ਸਿੱਖ ਬਹੁ ਗਿਣਤੀ ਵਿੱਚ ਹੈਗੇ ਹਨ, ਉਹਨਾਂ ਵਾਸਤੇ ਕਨਸਟੀਟੂਐਂਸੀਆਂ ਰਿਜ਼ਰਵ ਕੀਤੀਆਂ ਜਾਣ ਔਨ ਦਾ ਪੈਟਰਨ ਐਂਡ ਐਨੋਲੋਜੀ ਆਫ ਸ਼ਡਿਊਲ ਕਾਸਟਸ। ਤੁਸੀਂ ਕੋਈ ਰਿਟਰਨ ਵਗੈਰਾ ਵਿੱਚ ਉਹਨਾਂ ਨੂੰ ਭੇਜਿਆ ਦਾ? ਬਿਲਕੁਲ। ਕੋਈ ਰਿਟਰਨ ਡਾਕੂਮੈਂਟ ਤੁਹਾਡਾ ਹੈ ਜਿਹੜਾ ਅਸੀਂ ਸਾਡੀ ਸਿੱਖ ਕਮਿਊਨਿਟੀ ਦੇ ਲੋਕਾਂ ਨੂੰ ਭੇਜੀਏ ਜਾਂ WhatsApp ਦੇ ਰਾਹੀਂ, ਜਾਂ ਉਹ ਅਗਰ ਤੁਹਾਡਾ ਹੈ ਸਾਨੂੰ ਉਹ ਤੁਸੀਂ ਦੇ ਦੇਣਾ, ਅਸੀਂ ਤੁਹਾਨੂੰ ਭੇਜਾਂਗੇ ਕਿ ਤੁਸੀਂ ਕਿਹੜੀ ਡੇਟ ਨੂੰ ਕਦੋਂ ਭੇਜੇ ਦਾ, ਕਿ ਜਿਹੜੀ ਗੱਲ ਤੁਸੀਂ ਕਹੀ ਕਿ ਅਸੀਂ ਭੇਜੇ ਦਾ, ਅਗਰ 10 ਸਾਲ ਤੋਂ ਤੁਸੀਂ ਲੱਗੇ ਹੋ ਤਾਂ ਤੁਹਾਡੇ ਕੋਲ ਡਾਕੂਮੈਂਟੇਸ਼ਨ ਜ਼ਰੂਰ ਹੋਏਗੀ। ਬਿਲਕੁਲ ਸਰ। ਤੇ ਦੂਜਾ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਰਿਜ਼ਰਵੇਸ਼ਨ ਦੇ ਹਿਸਾਬ ਨਾਲ ਹੁਣ ਰਿਲੀਜੀਅਸ ਪੈਟਰਨ ਤੇ ਅਗਰ ਨਹੀਂ ਗੱਲ ਆਉਂਦੀ ਕਿ ਜਿੰਨੀ ਵੀ ਰਿਜ਼ਰਵੇਸ਼ਨ ਨੇ ਉਹ ਰਿਲੀਜਨ ਪੈਟਰਨ ਤੇ ਨਹੀਂ ਹੁੰਦਾ ਜਿਹੜਾ ਕਿਹਾ ਜਾਂਦਾ ਹੈ, ਤੇ ਰਿਜ਼ਰਵੇਸ਼ਨ ਫਿਰ ਕਿਸ ਤੌਰ ਤੇ ਹੁੰਦਾ ਹੈ? ਦੇਖੋ, ਇਹ ਮੈਂ ਕਮਿਊਨਿਟੀ ਨੂੰ ਇੱਕ ਗੱਲ ਬਹੁਤ ਕਲੀਅਰ ਸਮਝਾਉਣੀ ਚਾਹੁੰਦਾ ਕਿ ਜਿਹੜਾ ਰਿਜ਼ਰਵੇਸ਼ਨ ਹੈ ਸ਼ਡਿਊਲ ਕਾਸਟ ਨੂੰ ਦਿੱਤਾ ਹੋਇਆ ਸਾਡੀ ਸਟੇਟ ਵਿੱਚ 7 ਸੀਟਾਂ ਰਿਜ਼ਰਵ ਹੈਗੀਆਂ, ਉਹ ਪੋਲੀਟੀਕਲੀ ਬਹੁਤ ਮਾਣ ਉਹਦਾ ਉਹਨਾਂ ਨੂੰ ਮਿਲ ਰਿਹਾ ਹੈ। ਉਹਨਾਂ ਦੇ ਡਿਪਟੀ ਚੀਫ ਮਿਨਿਸਟਰ ਵੀ ਬਣੇ ਹਨ ਸ਼ਡਿਊਲ ਕਾਸਟ ਦੇ, ਉਹਨਾਂ ਦੇ ਕੈਬਨਿਟ ਮੰਤਰੀ ਵੀ ਬਣੇ ਹਨ ਸਾਡੀ ਸਟੇਟ ਵਿੱਚ। ਕਿਹਾ ਜਾਂਦਾ ਕਿ ਜਿਹੜੇ ਸ਼ਡਿਊਲ ਕਾਸਟ ਉਹ ਤੇ ਇੱਕ ਉਹਨਾਂ ਕੈਟਾਗਰੀ ਹੈ, ਨਾ ਕਿ ਰਿਲੀਜਨ ਦੇ ਤੌਰ ਤੇ ਉਹਨਾਂ ਨੂੰ ਮਿਲਦਾ, ਤੇ ਰਿਲੀਜਨ ਨੂੰ ਤੁਸੀਂ ਕਿਸ ਤਰ੍ਹਾਂ ਜੋੜ ਰਹੇ ਹੋ ਕੈਟਾਗਰੀ ਵਿੱਚ? ਇਹ ਮੈਂ ਗੱਲ ਬਿਲਕੁਲ ਕਲੀਅਰ ਕਰਨੀ ਚਾਹੁੰਦਾ ਕਿ ਅਗਰ ਸ਼ਡਿਊਲ ਕਾਸਟ ਹੈ ਉਹਦਾ ਰਿਲੀਜਨ ਕੀ ਹੈ। ਅਗਰ ਉਹ ਆਪਣਾ ਪਾਸਪੋਰਟ ਬਣਾਉਂਦਾ ਹੈ ਜਾਂ ਕਿਸੇ ਪਾਰਟੀ ਦੇ ਮੈਂਡੇਟ ਤੇ ਉਹ ਇਲੈਕਸ਼ਨ ਕਮਿਸ਼ਨਰ ਕੋਲ ਆਪਣੇ ਡਾਕੂਮੈਂਟ ਪ੍ਰੋਡਿਊਸ ਕਰਦਾ ਹੈ, ਫਾਰਮ ਭਰਦਾ ਹੈ, ਉੱਥੇ ਉਹ ਆਪਣਾ ਰਿਲੀਜਨ ਹਿੰਦੂ ਲਿਖਦਾ ਹੈ, ਨਾ ਕਿ ਸ਼ਡਿਊਲ ਕਾਸਟ ਲਿਖਦਾ ਹੈ। ਸ਼ਡਿਊਲ ਕਾਸਟ ਇਜ਼ ਅ ਕੈਟਾਗਰੀ, ਹਿਜ਼ ਰਿਲੀਜਨ ਇਜ਼ ਹਿੰਦੂ। ਜਦ ਕਿ ਉਹਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਧਰਮ ਦੇ ਬੁਨਿਆਦ ਤੇ ਸਾਡੇ ਸਿੱਖਾਂ ਵਾਸਤੇ ਕੀ ਰਿਜ਼ਰਵੇਸ਼ਨ ਲੈਣਾ ਕੋਈ ਗੁਨਾਹ ਹੈ? ਸਾਡੀ 87 ਕਨਸਟੀਟਿਊਐਂਸੀਜ਼ ਨੇ, ਜਿਨ੍ਹਾਂ ਦੇ ਵਿੱਚੋਂ 4 ਲਦਾਖ ਵਿੱਚ ਚਲੀ ਗਈ ਨੇ, ਆਪਣਾ 83 ਟੋਟਲ ਸਾਡੇ ਕੋਲ ਨੇ ਇਸ ਟਾਈਮ। ਬਿਲਕੁਲ। ਉਹਨਾਂ ਦੇ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਕਿਸ ਕਿਸ ਨੂੰ ਕਿਹੜੀ ਰਿਜ਼ਰਵਡ ਨੇ ਸਾਡੇ ਕੋਲ? ਸਾਡੇ ਸ਼ਡਿਊਲ ਕਾਸਟਾਂ ਕੋਲ ਇਸ ਵਕਤ ਰਾਮਬਨ, ਮੁੱਠੀ ਦਮਾਨਾ, ਕਠੂਆ ਡਿਸਟ੍ਰਿਕਟ ਵਿੱਚ ਟੋਟਲ ਕਿੰਨੀਆਂ ਨੇ? 7 ਕਨਸਟੀਟਿਊਐਂਸੀ। ਹੋਰ ਕਿਹੜੀਆਂ ਨੇ ਜਿਹੜੀਆਂ ਇਹਨੇ? ਮੁੱਠੀ ਦਮਾਨਾ ਹੈਗੀ ਹੈ, ਹੀਰਾ ਨਗਰ ਹੈਗੀ ਹੈ। ਸ਼ਡਿਊਲ ਕਾਸਟ ਜਿਹੜੇ ਨੇ ਇਸ ਕੈਟਾਗਰੀ ਨੂੰ ਛੱਡ ਕੇ ਹੋਰ ਕਿਹਨਾਂ ਨੂੰ ਰਿਜ਼ਰਵੇਸ਼ਨ ਮਿਲੀ? ਹੁਣ ਸੈਂਟਰ ਗਵਰਨਮੈਂਟ ਸੋਚ ਰਹੀ ਹੈ ਕਿ ਸ਼ਡਿਊਲ ਟ੍ਰਾਈਬ ਗੁੱਜਰ ਬੱਕਰਵਾਲਾਂ ਵਾਸਤੇ ਵੀ 6 ਸੀਟਾਂ ਰਿਜ਼ਰਵ ਕੀਤੀਆਂ ਜਾਣਗੀਆਂ, ਜਦ ਕਿ ਸਿੱਖਾਂ ਵਾਸਤੇ ਅਲੀ ਉਹਨਾਂ ਕੋਲ ਟਾਈਮ ਨਹੀਂ ਹੈ, ਫੁਰਸਤ ਨਹੀਂ ਹੈ। ਤੇ ਇਸ ਗੱਲ ਵਾਸਤੇ ਅਸੀਂ ਇੱਕ ਮੁਹਿੰਮ ਚਲਾਉਣ ਵਾਲੇ ਹਾਂ। ਬਿਲਕੁਲ ਅਸੀਂ ਇੱਕ ਮੂਵਮੈਂਟ ਚਲਾਵਾਂਗੇ ਕਿ ਸਿੱਖਾਂ ਵਾਸਤੇ 4 ਸੀਟਾਂ ਰਿਜ਼ਰਵ ਕੀਤੀਆਂ ਜਾਣ, 2 ਜੰਮੂ ਪ੍ਰਾਂਤ ਵਿੱਚ, 2 ਕਸ਼ਮੀਰ ਪ੍ਰਾਂਤ ਵਿੱਚ, ਤਾਂ ਕਿ ਅਸੀਂ ਵੀ ਪੋਲੀਟੀਕਲ ਜਿਹੜਾ ਸਾਨੂੰ ਇੱਕ ਪੋਲੀਟੀਕਲ ਆਈਸਲਮ ਹੈਗਾ ਪਿਛਲੇ 1947 ਤੋਂ, ਉਸ ਵਿੱਚ ਅਸੀਂ ਫੁੱਲ ਫਲੈਜਡ ਸਟੇਟ ਦੀ ਕੈਬਨਿਟ ਵਿੱਚ ਹਿੱਸਾ ਲੈ ਸਕੀਏ ਔਰ ਸਿੱਖ ਕਮਿਊਨਿਟੀ ਦੇ ਜਿਹੜੇ ਐਸਪਾਇਰੇਸ਼ਨਸ ਹੈਗੇ ਹਨ ਉਹਨਾਂ ਨੂੰ ਫੁੱਲਫਿਲ ਕਰੀਏ। ਤੁਹਾਨੂੰ ਲੱਗਦਾ ਹੈ ਕਿ ਸਿੱਖ ਕਸ਼ਮੀਰ ਤੇ ਸਿੱਖ ਕੌਮ ਜਿਹੜੀ ਹੈ ਕਸ਼ਮੀਰ ਵਿੱਚ ਰਹਿਣ ਵਾਲੇ ਨੇ, ਉਹਨਾਂ ਨੂੰ ਪੋਲੀਟੀਕਲ ਪਾਰਟੀ ਤੇ ਯਕੀਨ ਕਰਨਾ ਚਾਹੀਦਾ, ਭਾਵੇਂ ਐਨਸੀ ਹੈ, ਬੀਜੇਪੀ, ਕਾਂਗਰਸ, ਪੀਡੀਪੀ, ਭਾਵੇਂ ਕੋਈ ਵੀ ਪਾਰਟੀਆਂ ਜਿਹੜੀ ਜੰਮੂ ਕਸ਼ਮੀਰ ਵਿੱਚ ਇਸ ਟਾਈਮ ਸਕਰੀਏ ਨੇ, ਤੁਹਾਨੂੰ ਲੱਗਦਾ ਕਿ ਉਹਨਾਂ ਦੇ ਉੱਪਰ ਯਕੀਨ ਕਰਨਾ ਚਾਹੀਦਾ, ਉਹਨਾਂ ਤੇ ਭਰੋਸਾ ਕਰਨਾ ਚਾਹੀਦਾ, ਜਾਂ ਉਹਦੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ? ਦੇਖੋ ਜੀ, ਇੱਕ ਯੂਨਾਈਟਿਡ ਸਟੈਂਡ ਲੈਣਾ ਪਏਗਾ ਸਿੱਖ ਕਮਿਊਨਿਟੀ ਨੂੰ ਪੂਰੇ ਕਸ਼ਮੀਰ ਵਿੱਚ, ਪੂਰੇ ਜੰਮੂ ਵਿੱਚ, ਤਾਂ ਕਿ ਸਾਡੇ ਵਾਸਤੇ ਅਗਰ ਮੌਜੂਦਾ ਸਰਕਾਰ ਰਿਜ਼ਰਵੇਸ਼ਨ ਦਿੰਦੀ ਹੈ ਤੇ ਅਸੀਂ ਉਸ ਤੇ ਪੂਰਾ ਯਕੀਨ ਹੋਣਾ ਚਾਹੀਦਾ। ਔਰ ਯਕੀਨ ਹੈ ਵੀ ਕਿ ਸਬਕਾ ਸਾਥ ਸਬਕਾ ਵਿਕਾਸ ਜਿਹੜੀ ਸਲੋਗਨ ਹੈਗਾ ਸਾਡੀ ਸੈਂਟਰਲ ਸਰਕਾਰ ਦਾ, ਤੇ ਉਹਨੂੰ ਉਹ ਫੁੱਲਫਿਲ ਕਰਨਗੇ ਔਰ ਸਿੱਖਾਂ ਨੂੰ ਰਿਜ਼ਰਵੇਸ਼ਨ ਜ਼ਰੂਰ ਮਿਲੇਗੀ ਔਰ ਲੈਣੀ ਚਾਹੀਦੀ। ਨਹੀਂ ਮਿਲੇਗੀ ਜਾਂ ਅਜੇ ਤੱਕ ਕੁਝ ਮਿਲਿਆ ਨਹੀਂ ਹਾਲੀ ਤੱਕ। ਇਸ ਵਾਸਤੇ ਸੈਂਟਰ ਗਵਰਨਮੈਂਟ ਕੋਲ ਕਸ਼ਮੀਰ ਦਾ ਜਿਹੜਾ ਸਰਦਾਰ ਹੈ ਕਿਸ ਸਥਿਤੀ ਵਿੱਚ ਰਹਿ ਰਿਹਾ ਇਸ ਵਕਤ? ਫੇਅਰ ਸਾਈਕੋਸਿਸ ਹੈਗਾ ਕਸ਼ਮੀਰ ਵਿੱਚ, ਜਿਹੜੀਆਂ ਘਟਨਾਵਾਂ ਇਸ ਵਕਤ ਚੱਲ ਰਹੀਆਂ, ਲੇਕਿਨ ਓਵਰਆਲ ਕਸ਼ਮੀਰੀਆਂ ਦਾ ਸਾਥ ਹੈਗਾ ਕਸ਼ਮੀਰ ਵਿੱਚ, ਤਾਂ ਕਿ ਉੱਥੇ ਸਿੱਖਾਂ ਦਾ ਸਰਵਾਈਵਲ ਕੰਟੀਨਿਊ ਰਹੇ। ਅੱਜ ਤੱਕ ਕਿਸ ਨੇ ਆਵਾਜ਼ ਚੁੱਕੀ ਹੈ ਕਸ਼ਮੀਰੀ ਸਿੱਖ ਵਾਸਤੇ? ਕਸ਼ਮੀਰੀ ਸਿੱਖਾਂ ਤੋਂ ਇਲਾਵਾ ਕਸ਼ਮੀਰੀ ਸਿੱਖ ਆਪਣੀ ਆਵਾਜ਼ ਦਬਾ ਕੇ ਬਹਿ ਜਾਂਦਾ, ਬੋਲਣਾ ਵੀ ਚਾਹੇ ਨਹੀਂ ਬੋਲ ਸਕਦਾ। ਕਸ਼ਮੀਰੀ ਸਿੱਖ ਆਪ ਜਦ ਤੱਕ ਨਾ ਬੋਲਣ, ਆਪਣਾ ਅਗਰ ਆਵਾਜ਼ ਚੁੱਕਦੇ ਵੀ ਨੇ ਤੇ ਉਹਨਾਂ ਦੀ ਆਵਾਜ਼ ਚੁੱਕ ਕੇ ਉਹਨੂੰ ਉੱਪਰ ਪਹੁੰਚਾਉਣ ਵਾਸਤੇ ਕਿਹਨੇ ਅਜੇ ਤੱਕ ਆਵਾਜ਼ ਚੁੱਕੀ ਹੈ? ਕੋਈ ਇੱਕ ਦੱਸ ਦਿਓ ਜਿਹਨੇ ਨਹੀਂ। ਚੁੱਕੀ ਹੋਵੇ। VOKS ਜਿਹੜਾ ਇੱਕ ਨਵਾਂ
ਚੈਨਲ ਨਹੀਂ ਉਹ ਤੇ ਇਹਨਾਂ ਦਾ VOKS ਤੇ ਇਹ ਚੁੱਕ ਰਿਹਾ, ਮੈਂ ਕਹਿੰਦਾ ਅਜੇ ਤੱਕ ਪਹਿਲੇ ਕਿਸੇ ਨੇ ਚੁੱਕੀ ਹੈ ਆਵਾਜ਼? ਨਹੀਂ, ਪਹਿਲੇ ਕਾਫੀ ਲੋਕ ਚੁੱਕਦੇ ਰਹੇ, ਐਸੀ ਗੱਲ ਨਹੀਂ। ਜਿਸ ਤਰ੍ਹਾਂ ਕਿ ਕਿੰਨੇ, ਕੋਈ ਇੱਕ ਦੱਸੋ ਜਿਹੜਾ ਚੁੱਕ ਰਿਹਾ। ਕੋਈ ਅਗੇਨ ਕਾਫੀ ਨਾ ਹੈ। ਕੀ ਕੀਤਾ ਉਹਨਾਂ ਨੇ, ਕੀ ਹੋਇਆ, ਕੀ ਅਚੀਵਮੈਂਟ ਕੀ ਹੈ? ਨਹੀਂ, ਉਹਨਾਂ ਨੇ ਕਾਫੀ ਪ੍ਰੋਜੈਕਟ ਕੀਤਾ, ਆਵਾਜ਼ ਚੁੱਕ ਕੇ ਵਾਪਸ ਉਧਰ ਹੀ ਬੈਠ ਗਈ। ਲੇਕਿਨ ਇੱਕ ਫੁੱਲ ਫਲੈਜਡ ਰਿਪਰੈਜ਼ੈਂਟੇਸ਼ਨ ਫਰੋਮ ਆਲ J&K ਸਿੱਖਸ ਹੋਣੀ ਚਾਹੀਦੀ ਹੈ, ਤੇ ਜਿਹਦੇ ਵਿੱਚ ਕਿ ਗਵਰਨਮੈਂਟ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ ਕਿ ਸਾਡੇ ਵਾਸਤੇ ਮਾਈਨੋਰਟੀ ਸਟੇਟਸ ਐਂਡ ਰਿਜ਼ਰਵੇਸ਼ਨ ਆਫ ਕਨਸਟੀਟੂਐਂਸੀਜ਼, ਥੀਸ ਆਰ ਦਾ ਪ੍ਰਾਈਮ ਟੂ ਡਿਮਾਂਡਸ ਆਫ ਸਿੱਖਸ ਇਨ J&K। ਤੇ ਫਾਰੂਕ ਅਬਦੁੱਲਾ ਦੀ ਸਰਕਾਰ ਰਹੀ, ਉਮਰ ਅਬਦੁੱਲਾ ਦੀ ਸਰਕਾਰ ਇਧਰ ਰਹੀ, ਤੇ ਉਸ ਸਮੇਂ ਵੀ, ਜਿਸ ਸਮੇਂ ਤੁਸੀਂ ਵੀ ਦੇਖਿਆ ਹੋਣਾ ਕਿ ਆਨੰਦ ਮੈਰਿਜ ਐਕਟ ਇੰਡੀਆ ਵਿੱਚ ਲਾਗੂ ਹੋਇਆ, ਜੰਮੂ ਕਸ਼ਮੀਰ ਵਿੱਚ ਨਹੀਂ ਹੋਣ ਦਿੱਤਾ। ਦੇਖੋ, ਉਸ ਦੀ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਪਹਿਲੇ ਆਰਟੀਕਲ 370 ਇੱਥੇ ਬਹੁਤ ਵੱਡਾ ਇੱਕ ਰੋੜਾ ਸੀ। ਨਹੀਂ, ਰੋੜਾ ਹੈ ਸੀ, ਮਗਰ ਅਗਰ ਜੰਮੂ ਕਸ਼ਮੀਰ ਦੀ ਅਸੈਂਬਲੀ ਉਹਨੂੰ ਪਾਸ ਕਰ ਦਿੰਦੀ ਤੇ ਉਹਨੇ ਪਾਸ ਹੋ ਜਾਣਾ ਸੀ, ਪਰ ਇੱਥੇ ਦੀ ਅਸੈਂਬਲੀ ਨੇ ਕਿਉਂ ਨਹੀਂ ਉਹ ਪਾਸ ਕੀਤਾ? ਉਸ ਵਿੱਚ ਕੁਝ ਸਾਡੀ ਰਿਪਰੈਜ਼ੈਂਟੇਸ਼ਨ ਢਿੱਲੀ ਰਹਿਣ ਦੀ ਵਜੋਂ ਅਸੀਂ ਉਹਨੂੰ ਫੁੱਲ ਫਲੈਜਡ ਤਰੀਕੇ ਨਾਲ ਪ੍ਰੋਜੈਕਟ ਨਹੀਂ ਕਰ ਪਾਏ। ਨਹੀਂ, ਉਹਨਾਂ ਨੂੰ ਤੇ ਪਤਾ ਹੀ ਹੈ ਸਿੱਖ ਕੌਮ ਵੀ ਇਧਰ ਰਹਿ ਰਹੀ ਹੈ, ਸਿੱਖ ਕੌਮ ਦੇ ਕੋਈ ਅਗਰ ਕਾਜ਼ ਨੇ ਕੁਝ ਕੰਮ ਨੇ ਤੇ ਅਸੀਂ ਉਹਨਾਂ ਨੂੰ ਵੀ ਸਕਰੀਏ ਕਰੀਏ, ਉਹਨਾਂ ਨੂੰ ਵੀ ਕੰਮਾਂ ਨੂੰ ਅੱਗੇ ਲੈ ਕੇ ਚੱਲੀਏ। ਕਿ ਉਹਨਾਂ ਨੇ ਇਸ ਚੀਜ਼ ਨੂੰ ਸਮਝਣਾ ਸਹੀ ਨਹੀਂ ਸਮਝਿਆ? ਦੇਖੋ ਜੀ, ਉਸ ਵਾਸਤੇ ਇੱਕ ਸਟਰੋਂਗ ਰਿਪਰੈਜ਼ੈਂਟੇਸ਼ਨ ਚਾਹੀਦੀ ਹੈ। ਉਹ ਰਿਪਰੈਜ਼ੈਂਟੇਸ਼ਨ ਇੱਕ ਕਿ ਉਹ ਸਿੱਖ ਕੌਮ ਨੂੰ, ਜਿਹੜੇ ਸਿੱਖ ਨੇ, ਸਿੱਖਾਂ ਨੂੰ ਮਾਈਨੋਰਟੀ ਵਿੱਚ ਨਹੀਂ ਸਮਝਦੇ ਕਿ ਸਿੱਖ ਮਾਈਨੋਰਟੀ ਵਿੱਚ ਹੈ। ਨਹੀਂ, ਪਿਛਲੀ ਵਾਰੀ ਅਸੀਂ ਬੜੀ ਕੋਸ਼ਿਸ਼ ਕੀਤੀ, ਕਈ ਸੰਗਠਨਾਂ ਤਰਫੋਂ ਮੈਮੋਰੈਂਡਮ ਵੀ ਗਏ ਜਿਹੜੇ ਉਸ ਵਕਤ ਦੇ ਗ੍ਰਹਿ ਮੰਤਰੀ ਜਾਂ ਸੈਂਟਰ ਦੀ ਲੀਡਰਸ਼ਿਪ ਇੱਥੇ ਆਂਦੀ ਸੀ। ਕਈ ਸਿੱਖ ਸੰਗਠਨਾਂ ਨੇ ਉਹਨਾਂ ਨੂੰ ਮੈਮੋਰੈਂਡਮ ਪੇਸ਼ ਕੀਤੇ ਕਿ ਹਮਾਰੇ लिए ਮਾਈਨੋਰਟੀ ਸਟੇਟਸ यहाँ लागू किया ਮਗਰ ਉਹਦਾ ਵੀ ਹੋਇਆ ਕੁਝ ਨਹੀਂ। ਜਦ ਉਸ ਜੀ ਵਿੱਚ ਸਿੱਖ ਕਮਿਊਨਿਟੀ ਇਧਰ ਤੀਸਰੇ ਨੰਬਰ ਤੇ ਆਂਦੀ ਹੈ, ਤੁਹਾਨੂੰ ਵੀ ਪਤਾ ਹੈ, ਤੁਹਾਨੂੰ ਤੇ ਬੜੀ ਨਾਲ, ਤੁਸੀਂ ਹਰ ਚੀਜ਼ਾਂ ਪੇਪਰ ਤੇ ਹਰ ਚੀਜ਼ ਰਿਟਨ ਵੀ ਤੁਸੀਂ ਭੇਜੀ ਦੀ ਵੀ ਹੈ, ਭਾਵੇਂ ਉਹ ਸੈਂਟਰ ਵਿੱਚ ਭੇਜੀ ਹੈ, ਸਟੇਟ ਵਿੱਚ ਭੇਜੀ ਹੈ, ਤੁਸੀਂ ਇਹ ਕੰਮ ਕਰਦੇ ਆਏ ਹੋ। ਫਿਰ ਵੀ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ, ਸਿੱਖਾਂ ਦਾ ਕੋਈ ਵੀ ਗੱਲ ਅੱਜ ਤੱਕ ਅੱਗੇ ਨਹੀਂ ਆਈ। ਇਹ ਤੁਹਾਨੂੰ ਹਰਮਿੰਦਰ ਜੀ ਮੰਨਣਾ ਪਏਗਾ। ਬਿਲਕੁਲ ਉਸ ਗੱਲ ਨਾਲ ਅਸੀਂ ਜਦ ਕਿ ਹਰ ਸਹਿਮਤ ਹਾਂ। ਪੋਲੀਟੀਕਲ ਪਾਰਟੀ ਵਿੱਚ ਸਰਦਾਰ ਹੈ ਨੇ, ਸਿੱਖ ਕਮਿਊਨਿਟੀ ਦੇ ਲੋਕ ਹੈ ਨੇ, ਕਸ਼ਮੀਰੀ ਸਰਦਾਰ ਵੀ ਹੈ ਨੇ, ਜੰਮੂ ਦੇ ਸਰਦਾਰ ਵੀ ਹੈ ਨੇ, ਹਰ ਪੋਲੀਟੀਕਲ ਪਾਰਟੀ ਵਿੱਚ। ਪਰ ਇਹ ਸਾਡੀ ਬਦਕਿਸਮਤੀ ਹੈ ਕਿ ਕੋਈ ਵੀ ਬੰਦਾ ਕਸ਼ਮੀਰੀ ਸਿੱਖ ਦਾ ਨਾਂ ਲੈ ਕੇ ਰਾਜ਼ੀ ਨਹੀਂ ਹੈ। ਉਸ ਵਿੱਚ ਕੁਝ ਢਿੱਲਾਪਨ ਸਮਝ ਲਓ, ਜਾਂ ਸੈਂਟਰ ਸਰਕਾਰ ਤਰਫੋਂ ਵੀ, ਜਾਂ ਜਿਹੜੀ ਸਰਕਾਰਾਂ ਰਹੀਆਂ ਉਹਨਾਂ ਤਰਫੋਂ ਵੀ। ਚਲੋ ਹਰਮਿੰਦਰ ਜੀ, ਉਹ ਤੇ ਹੈ ਹੀ ਹੈ, ਪਹਿਲੇ ਵੀ ਸਰਕਾਰਾਂ ਢਿੱਲਾ ਕਿਹੜੀਆਂ ਸਨ, ਅੱਜ ਵੀ ਕਿਹੜੀਆਂ ਚੱਲਦਾ। ਸਰਕਾਰਾਂ ਨੇ, ਤੁਹਾਨੂੰ ਵੀ ਪਤਾ, ਸਾਰਿਆਂ ਨੂੰ ਪਤਾ ਹੈ। ਤੇ ਬੜਾ ਅੱਛਾ ਲੱਗਿਆ ਤੁਹਾਡਾ, ਤੁਸੀਂ ਇਸ ਤੇ ਆਏ ਹੋ, ਤੇ ਸਾਨੂੰ ਪੂਰੀ ਉਮੀਦ ਹੈ ਕਿ ਤੁਸੀਂ ਹੁਣ ਚੱਲ ਕੇ ਜਿਹੜੇ ਆ ਵੀ ਕਸ਼ਮੀਰੀ ਸਿੱਖ ਹੋ, ਤੇ ਇਸ ਵਾਸਤੇ ਤੁਸੀਂ ਵੀ ਕਸ਼ਮੀਰੀ ਸਿੱਖਾਂ ਦੇ ਬਾਰੇ ਵਿੱਚ ਜ਼ਰੂਰ ਅੱਗੇ, ਜਿਹੜੀ ਤੁਸੀਂ ਅੱਜ ਤੱਕ ਲਿਖਿਤ ਵਿੱਚ ਉਹਨਾਂ ਨੂੰ ਦਿੱਤਾ ਤਾਂ ਉਸ ਨੂੰ ਅੱਗੇ ਲਿਆ ਕੇ ਜਿਹੜੇ ਕਮੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰੋਗੇ। ਇੱਕ ਅਪੀਲ ਕਰਨਾ ਚਾਹੁੰਦਾ ਮੈਂ ਪੂਰੀ ਸਿੱਖ ਕਮਿਊਨਿਟੀ ਆਫ J&K ਨੂੰ, ਇੱਕ ਸਟਰੋਂਗ ਪਲੇਟਫਾਰਮ ਯੂਨਾਈਟਿਡ ਤਿਆਰ ਕਰੋ, ਤਾਂ ਕਿ ਸਾਡੇ ਵਾਸਤੇ ਇਹ ਦੋ ਮੰਗਾਂ ਜਿਹੜੀਆਂ ਮੇਨ ਹੈਗੀਆਂ, ਰਿਜ਼ਰਵੇਸ਼ਨ ਆਫ ਕਨਸਟੀਟੂਐਂਸੀਜ਼ ਐਂਡ ਮਾਈਨੋਰਟੀ ਸਟੇਟਸ ਫੁੱਲ ਲਾਗੂ ਹੋਣਾ ਚਾਹੀਦਾ ਸੈਂਟਰ ਗਵਰਨਮੈਂਟ ਤਰਫੋਂ। ਤੇ ਇਹਦੇ ਵਾਸਤੇ ਅਸੀਂ ਇੱਕ ਮੈਮੋਰੈਂਡਮ ਦੁਬਾਰਾ ਇੱਥੇ ਦੇ ਲੈਫਟੀਨੈਂਟ ਗਵਰਨਰ ਨੂੰ ਔਰ ਸੈਂਟਰ ਸਰਕਾਰ ਨੂੰ, ਗ੍ਰਹਿ ਮੰਤਰੀ ਨੂੰ, ਪ੍ਰਾਈਮ ਮਿਨਿਸਟਰ ਨੂੰ ਜਲਦੀ ਤੋਂ ਜਲਦੀ ਦੇਵਾਂਗੇ, ਜਿਸ ਵਾਸਤੇ ਕਿ ਅਸੀਂ ਇੱਕ ਮੂਵਮੈਂਟ ਚਲਾਣੀ ਹੈ। ਸਾਰਿਆਂ ਸਿੱਖਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਮੁੱਦੇ ਤੇ ਯੂਨਾਈਟਿਡ ਹੋ ਜਾਓ, ਇਰਰਿਸਪੈਕਟਿਵ ਆਫ देयर ਪੋਲੀਟੀਕਲ ਐਫੀਲੀਏਸ਼ਨਸ। ਠੀਕ ਹੈ ਹਰਮਿੰਦਰ ਜੀ, ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।